अस्सलाम वालेकुम नाज़रीन। ਅੱਜ ਸਾਡੇ ਨਾਲ ਮੌਜੂਦ ਨੇ ਸ਼ਾਹਦ ਨਿਜ਼ਾਮੀ ਸਾਹਿਬ, ਜਿਨ੍ਹਾਂ ਨੂੰ ਸ਼ਾਹਦ ਨਿਜ਼ਾਮੀ ਸੱਪਾਂ ਵਾਲਾ ਵੀ ਕਿਹਾ ਜਾਂਦਾ ਹੈ। ਅਸੀਂ ਤੁਹਾਨੂੰ ਇਹਨਾਂ ਨਾਲ ਮਿਲਵਾਉਂਦੇ ਆ ਤੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਇੱਕ ਗਾਣਾ ਬੜਾ ਅੱਜ ਕੱਲ੍ਹ ਟਿਕਟੋਕ ਤੇ ਮਸ਼ਹੂਰ ਹੈ, ਜਿਹਨੂੰ ਕਹਿੰਦੇ ਨੇ ਝਾਂਜਰ ਦੀ ਪਾਵਾਂ ਛਣਕਾਰ। ਆਓ ਇਹਨਾਂ ਦੀ ਆਵਾਜ਼ ਵਿੱਚ ਤੁਹਾਨੂੰ ਸੁਣਾਉਂਦੇ ਆ, ਨਾਲ ਇਹਨਾਂ ਨਾਲ ਤੁਹਾਨੂੰ ਹਮ ਕਲਾਮ ਕਰਵਾਉਂਦੇ ਆ। अस्सलाम वालेकुम जी। ਵਾਲੇਕੁਮ ਸ਼ਾਹਦ ਨਿਜ਼ਾਮੀ ਸਾਹਿਬ, ਕੀ ਹਾਲ ਚਾਲ ਹੈ? ਠੀਕ ਹੋ? ਅਲਹਮਦੁਲਿਲਾ ਸ਼ਾਹਦ ਨਿਜ਼ਾਮੀ ਸਾਹਿਬ, ਤੁਸੀਂ ਬਾਂਸਰੀ ਵਜਾਉਣ ਦਾ ਸ਼ੌਕ ਰੱਖਦੇ ਹੋ ਜੀ। ਤੇ ਪਹਿਲੇ ਨਾਜ਼ਰੀਨ ਨੂੰ ਝਾਂਜਰ ਦੀ ਪਾਵਾਂ ਛਣਕਾਰ ਉਹਦੇ ਤੋਂ ਸ਼ੁਰੂ ਕਰਦੇ ਆ, ਫਿਰ ਅੱਗੇ ਸਵਾਲ ਜਵਾਬ ਔਰ ਬਾਕੀ ਚੀਜ਼ਾਂ ਸ਼ੁਰੂ ਕਰਦੇ ਆ। ਓਕੇ ਪਲੀਜ਼ ਉਹ ਜਿਹੜਾ ਇਹਨਾਂ ਦਾ ਹੈ ਝਾਂਜਰ ਦੀ ਪਾਵਾਂ ਛਣਕਾਰ ਉਹ ਸੁਣਾ ਦਿਓ। ਬਹੁਤ ਖੂਬਸੂਰਤ, ਬਹੁਤ ਹੀ ਜ਼ਿਆਦਾ ਅੱਛੀ ਧੁਨ ਬਣਾਈ ਹੋਈ ਹੈ। ਇਹ ਤੁਸੀਂ ਕਿੰਨੀ ਦੇਰ ਤੋਂ ਇਸ ਧੁਨ ਨੂੰ ਜਿਹੜਾ ਵਜਾ ਰਹੇ ਹੋ? ਇਹੋ ਤਕਰੀਬਨ ਕੋਈ ਸਾਲ 2 ਸਾਲ ਤੋਂ ਇਹ ਗਾਣਾ ਦੁਬਾਰਾ ਵਜਾਇਆ ਸੀ। ਅੱਛਾ। ਵੈਸੇ ਤਾਂ ਮੈਡਮ ਨੂਰਜਹਾਂ ਦੇ ਕਾਫੀ ਸਾਰੇ ਗੀਤ ਨੇ, ਲੇਕਿਨ ਜਿਹੜਾ ਦਿਲ ਨੂੰ ਅੱਛਾ ਲੱਗੇ ਫਿਰ ਉਹ ਕੱਢ ਲਈਦਾ ਵਿੱਚ। ਤੁਹਾਡੀ ਉਮਰ ਕਿੰਨੀ ਹੈ ਸ਼ਾਹਦ ਨਿਜ਼ਾਮੀ ਸਾਹਿਬ? ਮੇਰੀ ਉਮਰ ਤਾਂ 45-46 ਸਾਲ ਹੈ। 45-46 ਸਾਲ ਹੈ ਤੇ ਬਾਂਸਰੀ ਵਜਾਉਣ ਲਈ ਤੇ ਬੜਾ ਜ਼ੋਰ ਲੱਗਦਾ ਹੈ, ਤੇ ਕਿੱਦਾਂ ਮੈਨੇਜ ਕਰਦੇ ਹੋ ਇਹਨਾਂ ਚੀਜ਼ਾਂ ਨੂੰ? ਇਹਦੇ ਵਿੱਚ ਇਹ ਚੀਜ਼ ਜਿਹੜੀ ਬਚਪਨ ਤੋਂ ਮੇਰਾ ਸ਼ੌਕ ਸੀ ਬਾਂਸਰੀ ਦਾ, ਔਰ ਬਕਾਇਦਾ ਮੈਂ ਉਸਤਾਦ ਫੜਿਆ ਇਸ ਚੀਜ਼ ਦਾ। ਕੌਣ ਨੇ ਤੁਹਾਡੇ ਉਸਤਾਦ? ਅਬਦੁਲ ਰਹਿਮਾਨ ਸਾਹਿਬ, ਅੱਛਾ। ਜ਼ਿਲ੍ਹਾ ਉਕਾੜਾ। ਤੇ ਉਹ ਵੀ ਮੁਖਤਲਿਫ ਗਾਣਿਆਂ ਦੀਆਂ ਧੁਨਾਂ ਵਜਾ ਲੈਂਦੇ ਨੇ? ਉਹ ਤਾਂ ਮਾਸਟਰ ਆਦਮੀ ਨੇ। ਅੱਛਾ। ਤੇ ਕਿਸ ਤਰ੍ਹਾਂ ਉਹਨਾਂ ਕੋਲ ਸਿੱਖਣ ਲਈ ਜਾਂਦੇ ਰਹੇ ਹੋ? ਮੈਂ ਤਕਰੀਬਨ 1.5-2 ਸਾਲ ਉੱਥੇ ਰਿਹਾ ਉਕਾੜੇ, ਤੇ ਉਕਾੜੇ ਸ਼ਹਿਰ ਦੇ ਵਿੱਚ ਅਕੈਡਮੀ ਸੀ ਉਹਨਾਂ ਦੀ, ਤੇ ਸ਼ਾਮ 3 ਵਜੇ ਤੋਂ ਬਾਅਦ ਫਿਰ ਮੈਂ ਉਹਨਾਂ ਦੇ ਕੋਲ ਚਲਾ ਜਾਂਦਾ ਸੀ ਰਾਤ 11-12-1 ਵਜੇ ਤੱਕ, ਯਾਨੀ ਕਿ ਡੇਲੀ ਦਾ ਇਹ ਨਿਜ਼ਾਮ ਸੀ। ਫਿਰ ਉੱਥੇ ਆਪਣੇ ਨਾਲ ਆਪਣੇ ਕੋਲ ਬਿਠਾ ਕੇ ਉਸਤਾਦ ਹੁਣੀ ਮਿਹਨਤ ਕਰਾਉਂਦੇ ਸੀ। ਤੇ ਤਕਰੀਬਨ 4-5 ਮਹੀਨੇ ਦੇ ਵਿੱਚ ਉਹਨਾਂ ਨੇ ਮੈਨੂੰ ਇਸ ਕਾਬਲ ਕਰ ਦਿੱਤਾ ਕਿ ਮੈਂ ਗਾਣੇ ਗੂਣੇ, ਯਾਨੀ ਜਿਹੜੀ ਵੀ ਚੀਜ਼ ਸੁਣੀ ਆ ਮੈਂ ਵਜਾ ਲੈਂਦਾ। ਤੇ ਤੁਹਾਡੇ ਕੋਲ ਕਿੰਨੀਆਂ ਬਾਂਸਰੀਆਂ ਨੇ? ਬਾਂਸਰੀਆਂ ਦਾ ਵੈਸੇ ਤੇ ਮੁਕੰਮਲ ਸੈੱਟ ਹੁੰਦਾ, 12 ਸੁਰਾਂ ਦੀਆਂ ਲਹਿਦਾ ਬਾਂਸਰੀਆਂ ਹੁੰਦੀਆਂ। ਅੱਛਾ। ਤੇ ਲੇਕਿਨ ਮੇਰੇ ਕੋਲ ਕੁਝ ਬਾਂਸਰੀਆਂ ਵਿੱਚੋਂ ਦੋਸਤ ਲੈ ਗਏ, ਇਸ ਚੀਜ਼ ਦੇ ਸ਼ੌਕੀਨ ਬਹੁਤ ਹੁੰਦੇ, ਤੇ ਕੁਛ ਹੈ ਮੇਰੇ ਕੋਲ ਪਈਆਂ ਨੇ, ਕੋਈ 10-12 ਬਾਂਸਰੀਆਂ ਪਈਆਂ। ਤੇ ਕਿਹੜੇ ਇਲਾਕੇ ਨਾਲ ਤਾਲੁਕ ਹੈ ਤੁਹਾਡਾ? ਡਿਸਕੋਟ ਸ਼ਹਿਰ। ਡਚਕੋਟ ਸ਼ਹਿਰ ਨਾਲ ਤੁਹਾਡਾ ਤਾਲੁਕ ਹੈ ਜੀ। ਤੇ ਤੁਹਾਡੀ ਜੰਪਲ ਡਚਕੋਟ ਦੀ ਹੈ? ਜੰਪਲ ਜਿਹੜੀ ਹੈ ਉਹ ਜੜ੍ਹਾਂ ਵਾਲੇ ਦੀ ਹੈ। ਅੱਛਾ। ਤੇ ਉਸ ਤੋਂ ਬਾਅਦ ਫਿਰ ਤਕਰੀਬਨ ਕੋਈ 35 ਸਾਲ ਤੋਂ 30-35 ਸਾਲ ਤੋਂ ਇੱਥੇ ਆ ਗਏ, ਡਚਕੋਟ ਆ ਗਏ। ਤੇ ਤੁਹਾਡੀ ਜਿਹੜੀ ਬਿਹਤਰੀਨ ਧੁਨ ਹੈ, ਜਿਹੜਾ ਸਭ ਤੋਂ ਜ਼ਿਆਦਾ ਅੱਛਾ ਮਿਊਜ਼ਿਕ ਜਿਹੜਾ ਤੁਹਾਨੂੰ ਲੱਗਦਾ ਉਹ ਕਿਹੜਾ ਹੈ? ਉਹ ਤੇ ਸਾਡੇ ਨਾਜ਼ਰੀਨ ਨੂੰ ਸੁਣਾਓ।
लता जी का एक गाना है, ਕੀ ਨਾਮ ਹੈ ਗਾਣੇ ਦਾ? नैना ही बरसे मिलने को तरसे, है मेरा फेवरेट गाना है। ਤੇ ਸੁਣਾਓ। ਵਾਹ ਵਾਹ ਵਾਹ, ਬਹੁਤ ਪਿਆਰੀ ਆਵਾਜ਼ ਹੈ ਤੁਹਾਡੀ। ਤੁਸੀਂ ਜਦੋਂ ਇਸ ਧੁਨ ਨੂੰ ਵਜਾਉਂਦੇ ਹੋ ਤੇ ਇਹਦਾ ਮਜ਼ਾ ਬਹੁਤ ਦੁਬਾਲਾ ਆ ਜਾਂਦਾ। ਮੈਨੂੰ ਇਹ ਦੱਸੋ, ਬਾਂਸਰੀ ਦੀ ਧੁਨ ਨੂੰ, ਗਾਣੇ ਨੂੰ ਇੱਕ ਧੁਨ ਦੇ ਵਿੱਚ ਤਿਆਰ ਕਰਨ ਦੇ ਵਿੱਚ ਤੁਹਾਨੂੰ ਕਿੰਨੀ ਕੁ ਦੇਰ ਲੱਗ ਜਾਂਦੀ ਹੈ? ਅਸਲ 'ਚ ਮੇਰੇ ਉਸਤਾਦ ਜੀ ਨੇ ਇਹਦੇ ਵਿੱਚ ਮੇਰੀ ਪ੍ਰੈਕਟਿਸ ਇਸ ਤਰ੍ਹਾਂ ਕਰਵਾਈ ਹੈ, ਯਾਨੀ ਕਿ ਰਾਗਾਂ ਦੇ ਵਿੱਚ ਹੁੰਦੇ ਗਾਣੇ, ਤੇ ਉਸਤਾਦ ਉਹਨਾਂ ਨੇ ਰਾਗ ਮੈਨੂੰ ਯਾਦ ਕਰਵਾਏ ਸਭ ਤੋਂ ਪਹਿਲੇ। ਕੋਈ ਵੀ ਗਾਣਾ ਰਾਗ 'ਚੋਂ ਬਾਹਰ ਨਹੀਂ। ਜਦੋਂ ਰਾਗ ਯਾਦ ਹੈ ਤੇ ਤੁਸੀਂ ਇੱਕ ਦਫਾ ਗੀਤ 27 ਅੰਤਰਾ ਸੁਣਨਾ ਹੈ, ਤੇ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਸੁਣ ਕੇ ਤੁਸੀਂ ਆਟੋਮੈਟਿਕ ਵਜਾ ਲਓ। ਅੱਛਾ, ਇਹ ਆਸਾਨੀ ਹੋ ਜਾਂਦੀ ਹੈ। ਤੇ ਇੱਕ ਬਾਂਸਰੀ ਦੇ ਅੰਦਰ ਕਿੰਨੇ ਸੁਰਾਖ ਹੁੰਦੇ ਨੇ, ਔਰ ਹਰ ਸੁਰਾਖ ਦਾ ਕੋਈ ਨਾਮ ਹੈ ਜਾਂ? ਇਹ 6 ਸੁਰਾਖ ਹੁੰਦੇ ਨੇ ਬਾਂਸਰੀ 'ਚ। ਠੀਕ ਹੈ, ਯਾਨੀ ਕਿ 6 ਸੁਰ ਹੁੰਦੇ, ਲੇਕਿਨ 6 ਸੁਰਾਂ ਦੇ ਵਿੱਚੋਂ 7 ਦਾ ਕੰਮ ਲੈਣਾ। ਠੀਕ ਹੈ। 7 ਸੁਰ ਦੇ ਰਾਗ ਵੀ ਇਹਦੇ 'ਚ ਵੱਜਣੇ। ਤੇ ਇਹਨਾਂ ਸੁਰਾਂ ਦਾ ਕੋਈ ਨਾਮ, ਕੋਈ ਕੀ ਹੈ, ਇਹਨਾਂ ਦੇ ਨਾਮ ਕੀ ਨੇ? ਸੁਰਾਂ ਦਾ ਨਾਮ ਤੇ ਬਸ ਇਹੀ ਹੈ ਕਿ
ਵੈਸੇ ਆਮ ਤੌਰ ਤੇ ਲੋਕ ਇਹਨੂੰ ਅਧੂਰਾ ਸਾਜ਼ ਕਹਿੰਦੇ, ਕਈ ਲੋਕ ਹੈ ਨੇ ਐਸੇ ਅਧੂਰਾ ਸਾਜ਼। ਅਧੂਰਾ ਸਾਜ਼ ਕਹਿੰਦੇ, ਅੱਛਾ। ਯਾਨੀ ਕਿ 6 ਸੁਰਾਖ ਨੇ ਵਿੱਚ 7 ਸੁਰੀਆਂ 12 ਸੁਰਾਂ ਦਾ ਕੰਮ ਇਹਦੇ ਕੋਲੋਂ ਲੈਣਾ। ਹੂੰ। ਤੇ ਲੇਕਿਨ ਹਕੀਕਤ ਦੇ ਵਿੱਚ ਇਹ ਸਾਜ਼ ਦੁਨੀਆ ਦਾ ਮੁਸ਼ਕਿਲ ਤਰੀਨ ਸਾਜ਼ ਹੈ। ਇੱਕ ਸਰੰਗੀ ਔਰ ਇੱਕ ਬਾਂਸਰੀ, ਇਹ ਦੁਨੀਆ ਦੇ ਮੁਸ਼ਕਿਲ ਤਰੀਨ ਸਾਜ਼ ਉਹ ਨੇ ਕਿ ਜਿਹੜੇ 100 ਸਾਲ ਮਿਹਨਤ ਕਰਨੇ ਤੋਂ ਬਾਅਦ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਮੁਕੰਮਲ ਹਾਂ। ਤੇ ਨਿਜ਼ਾਮੀ ਸਾਹਿਬ ਮੈਨੂੰ ਇਹ ਦੱਸੋ ਕਿ ਤੁਸੀਂ ਕਿੱਥੇ ਕਿੱਥੇ ਪਰਫਾਰਮ ਕਰ ਚੁੱਕੇ ਹੋ? ਪਰਫਾਰਮ ਵੈਸੇ ਤੇ ਲੋਕਲ ਏਰੀਆ ਦੇ ਵਿੱਚ ਤਕਰੀਬਨ ਬਹੁਤ ਕਾਫੀ ਹੋਈ ਹੈ। ਕਦੀ ਸਟੇਜ ਤੇ ਪਰਫਾਰਮ ਕੀਤਾ? ਕਦੀ ਮੌਕਾ ਮਿਲਿਆ? ਹਾਂਜੀ, ਕਾਫੀ ਦਫਾ ਗੁਲੂਕਾਰਾਂ ਦੇ ਨਾਲ, ਜ਼ਿਆਦਾਤਰ ਚਿਮਟੇ ਵਾਲੇ ਲੁਹਾਰ ਜਿਹੜੇ ਹਾਂਜੀ। ਨੀਲ ਕਰਾਈਆਂ, ਨੀਲ ਕਾਂ ਵਗੈਰਾ, ਤੇ ਉਹ ਤੁਹਾਨੂੰ ਇਹਨਾਂ ਦੇ ਨਾਲ ਵਿੱਚ ਲੈ ਕੇ ਜਾਂਦੇ ਨੇ ਤੇ ਤੁਸੀਂ ਉੱਥੇ ਪਰਫਾਰਮ ਕਰਦੇ ਹੋ। ਅੱਛਾ, ਸ਼ਾਹ ਨਿਜ਼ਾਮੀ ਸਾਹਿਬ ਤੁਹਾਨੂੰ ਸੱਪਾਂ ਵਾਲਾ ਕਿਹਾ ਜਾਂਦਾ ਹੈ। ਸ਼ਾਹ ਨਿਜ਼ਾਮੀ ਸਾਹਿਬ ਸੱਪਾਂ ਵਾਲੇ, ਤੇ ਤੁਹਾਨੂੰ ਬਾਂਸਰੀ ਵਾਲਾ ਕਿਉਂ ਨਹੀਂ ਕਿਹਾ ਜਾਂਦਾ? ਤੁਹਾਨੂੰ ਸੱਪਾਂ ਵਾਲਾ ਕਿਉਂ ਕਿਹਾ ਜਾਂਦਾ? ਇਹਦੀ ਇੱਕ ਵਜ੍ਹਾ ਹੈ ਜੀ, ਮੈਂ ਇਸ ਚੀਜ਼ ਨੂੰ ਪ੍ਰੋਫੈਸ਼ਨਲ ਨਹੀਂ ਕੀਤਾ, ਸ਼ੌਕ ਸੀ। ਲੇਕਿਨ ਸ਼ੌਕ ਬਸ ਥੱਲੇ ਲੈਵਲ ਤੇ ਇਹਨੂੰ ਇਸਤੇਮਾਲ ਕੀਤਾ, ਹਾਈ ਲੈਵਲ ਤੇ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਰੋਜ਼ਗਾਰ ਦਾ ਜਿਹੜਾ ਸੀਗਾ ਸਿਸਟਮ ਉਹ ਦੂਸਰਾ ਸੀ। ਕੀ ਦੂਸਰਾ ਸਿਸਟਮ ਸੀ? ਇਹੋ ਹੀ ਆਪਣਾ ਸੱਪਾਂ ਦਾ ਕਾਰੋਬਾਰ ਜਿਹੜਾ। ਸੱਪਾਂ ਦਾ ਮਤਲਬ ਸੱਪ ਜਿਹੜੇ ਨੇ, ਸਾਂਪ ਜਿਹਨੂੰ ਅਸੀਂ ਕਹਿੰਦੇ ਆ, ਉਹਨਾਂ ਨੂੰ ਤੁਸੀਂ ਕੀ ਉਹ ਸੇਲ ਕਰਦੇ ਹੋ? ਕੀ ਕਰਦੇ ਹੋ? ਮਜਮਾ ਵਗੈਰਾ ਲਗਾਈਦਾ। ਅੱਛਾ। ਸੱਪ ਛੱਡ ਕੇ ਬੰਦੇ ਇਕੱਠੇ ਕਰਨੇ ਔਰ ਉਸ ਤੋਂ ਬਾਅਦ ਦਵਾਈਆਂ ਸੇਲ ਕਰਨੀਆਂ, ਤਾਂ ਇਹ ਚੀਜ਼ ਹੈ। ਤੇ ਤੁਹਾਨੂੰ ਇਹਨੂੰ ਵਜਾਉਂਦੇ ਹੋਏ ਕਿਸ ਉਮਰ ਦੇ ਵਿੱਚ ਬਾਂਸਰੀ ਵਜਾਣੀ ਸ਼ੁਰੂ ਕੀਤੀ ਤੁਸੀਂ? ਤਕਰੀਬਨ ਬਚਪਨ ਤੋਂ ਮੈਨੂੰ ਸ਼ੌਕ ਹੈ। ਤੇ ਬਚਪਨ ਤੋਂ ਕਿੰਨਾ ਅਰਸਾ ਇਕੱਲੇ ਪ੍ਰੈਕਟਿਸ ਕਰਦੇ ਰਹੇ, ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਉਸਤਾਦ ਦੀ ਜਿਹੜੀ ਦਸਤਰਸ ਹਾਸਲ ਕੀਤੀ? ਤਕਰੀਬਨ 8-10 ਸਾਲ ਮੈਂ, ਯਾਨੀ ਕਿ 7-8 ਸਾਲ ਦੀ ਉਮਰ ਤੋਂ ਮੈਨੂੰ ਇਹਦਾ ਸ਼ੌਕ ਪਿਆ। ਠੀਕ ਹੈ। ਤੇ ਕੋਈ 8-10 ਸਾਲ ਬਾਅਦ ਮੈਨੂੰ ਉਸਤਾਦ ਨਹੀਂ ਮਿਲੇ, ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਦੁਆਵਾਂ ਦੇ ਨਾਲ ਫਿਰ ਇਹ ਕੰਮ ਵੱਧਦਾ ਗਿਆ, ਜਿਵੇਂ ਜਿਵੇਂ ਮੈਨੂੰ ਸਮਝਾਉਂਦੇ ਰਹੇ, ਜਿਵੇਂ ਜਿਵੇਂ ਜ਼ਿਹਨ 'ਚ ਬਹਿੰਦਾ ਰਿਹਾ ਕੰਮ, ਉਵੇਂ ਹੱਥਾਂ ਦੇ ਵਿੱਚ, ਫੂਕ ਦੇ ਵਿੱਚ ਮਜ਼ੀਦ ਨਿਖਾਰ ਪੈਦਾ ਹੁੰਦਾ ਰਿਹਾ। ਕੋਈ ਵੀ ਕੰਮ ਉਹ ਮਿਹਨਤ ਦੇ ਨਾਲ ਹੈ। ਸਾਜੀ ਗੱਲ ਹੈ। ਤਾਂ ਮਿਹਨਤ ਜਿੰਨੀ ਦੇਰ ਉਹਦੀ ਜਾਰੀ ਰਹੇਗੀ ਉਨੀ ਦੇਰ ਤੱਕ ਤੁਹਾਡਾ ਉਹਦੇ 'ਤੇ ਪੈਰਾ ਰਹੇਗਾ। ਜਿੱਥੋਂ ਉਹਦੀ ਮਿਹਨਤ ਛੱਡ ਦੋਗੇ ਉੱਥੋਂ ਫਿਰ ਉਹ ਮਜ਼ਾ ਨਹੀਂ ਰਹਿੰਦਾ ਹੱਥ ਦੇ ਵਿੱਚ। ਬਾਂਸਰੀ ਵਜਾਉਣ ਲਈ, ਇਹਦੀ ਪ੍ਰੈਕਟਿਸ ਕਰਨ ਲਈ ਜਾਂ ਇਹਦਾ ਮਜ਼ਾ ਲੈਣ ਲਈ ਇੱਕ ਮਾਹੌਲ ਚਾਹੀਦਾ ਹੁੰਦਾ ਜੀ। ਉਹ ਮਾਹੌਲ ਤੁਹਾਨੂੰ ਕਿੱਥੇ ਮਿਲਦਾ ਹੈ? ਕਿੱਥੇ ਜਾ ਕੇ ਬਾਂਸਰੀ ਵਜਾਉਣਾ ਪਸੰਦ ਕਰਦੇ ਹੋ ਇਕੱਲੇ ਤਨਹਾਈ ਦੇ ਵਿੱਚ? ਜ਼ਿਆਦਾਤਰ ਮੇਰਾ ਸ਼ਾਮ ਦੇ ਟਾਈਮ ਮੈਂ ਬਹਿਣਾ ਹੁੰਦਾ ਜਾ ਕੇ ਸਕੂਲ ਦੇ ਵਿੱਚ। ਅੱਛਾ। ਤੇ ਸਕੂਲ ਦੇ ਵਿੱਚ ਇੱਕ ਸਾਈਡ 'ਤੇ ਜਾ ਕੇ ਬਹਿ ਜੀਦਾ। ਉੱਥੇ ਫਿਰ ਕੋਈ ਯਾਰ ਦੋਸਤ 5-7 ਹੈ ਮੁੰਡੇ, ਉਹਨਾਂ ਨੇ ਆ ਕੇ ਬਹਿਣਾ ਨਾਲ, ਲੇਕਿਨ ਉਹਨਾਂ ਨੇ ਵੀ ਚੁੱਪ ਕਰਕੇ ਆ ਕੇ ਬਹਿਣਾ, ਸਿਰਫ ਸੁਣਨਾ। ਔਰ ਕਿਸੇ ਨੇ ਅਗਰ ਫਰਮਾਇਸ਼ ਕਰ ਦਿੱਤੀ ਕਿ ਇਹ ਗਾਣਾ ਸੁਣਾ ਦੇ, ਉਹ ਸੁਣਾ ਦਿੱਤਾ। ਬਾਕੀ ਆਪਣੀ ਮਰਜ਼ੀ ਨਾਲ ਹੀ ਮੈਂ ਜੋ ਦਿਲ ਦੇ ਵਿੱਚ ਜੋ ਦਿਲ ਚ ਆਉਂਦਾ ਜਾਏ ਉਹ ਵਜਾਈ ਜਾਣਾ। ਤੇ ਤੁਹਾਡੇ ਅੱਗੇ ਬੱਚਿਆਂ ਦੇ ਵਿੱਚੋਂ, ਫੈਮਿਲੀ ਦੇ ਵਿੱਚੋਂ ਤੁਸੀਂ ਕਿਸੇ ਹੋਰ ਨੂੰ ਵੀ ਇਹ ਹੁਨਰ ਦਿੱਤਾ ਹੈ ਜਾਂ ਸਿਰਫ ਤੁਹਾਡੇ ਤੱਕ ਹੀ ਮਹਿਦੂਦ ਹੈ? ਨਹੀਂ, ਫਿਲਹਾਲ ਇਹ ਹੁਨਰ ਜਿਹੜਾ ਇਹ ਤੇ ਕਿਸੇ ਨੇ ਨਹੀਂ ਲਿਆ ਹਾਲੇ ਫੈਮਿਲੀ ਦੇ ਵਿੱਚੋਂ। ਭਾਈ ਹੈ ਛੋਟੇ, ਉਹ ਬਸ 2-4 ਗੀਤ ਵਜਾਉਂਦਾ, ਤੇ ਯਾਨੀ ਕਿ ਪ੍ਰੋਫੈਸ਼ਨਲ ਨਹੀਂ। ਔਰ ਇੱਕ ਕਜ਼ਨ ਹੈ ਮੇਰਾ, ਉਹ ਵੀ ਇੱਦਾਂ ਹੀ ਆ, ਵੇਖ ਕੇ 2-4 ਗਾਣੇ ਵਜਾਉਣ ਲੱਗ ਪਿਆ। ਕਹਿੰਦੇ ਸਿਆਣਿਆਂ ਦੇ ਕਹਿੰਦੇ ਨਾ ਕਿ ਜਿੱਥੇ ਸੋਨਾ ਘਾੜ ਹੋਵੇ ਤੇ ਕੈਂਕਰ ਡਿੱਗਦੀ। ਉਹ ਛੋਟੇ ਮੇਰੇ ਕੋਲ ਬਹਿੰਦੇ ਹੁੰਦੇ ਸੀ ਜਦੋਂ ਮੈਂ ਐਕਸਰਸਾਈਜ਼ ਦਾ ਮਿਹਨਤ ਕਰਦਾ ਸੀ, ਤੇ ਉਹ ਮੇਰੇ ਵੱਲ ਵੇਖ ਕੇ ਫਿਰ ਗਾਣਾ ਜਿਹੜਾ ਵੀ ਵਜਾਉਣਾ, ਉਹਨਾਂ ਨੇ ਉਂਗਲਾਂ ਦੇ ਵਿੱਚ ਧਿਆਨ ਰੱਖਣਾ, ਸੁਰਾਂ ਦੇ ਵਿੱਚ। ਉਹ ਇਸੇ ਤਰ੍ਹਾਂ ਫਿਰ ਕਰਦਿਆਂ ਉਹ ਥੋੜ੍ਹਾ ਬਹੁਤਾ ਵਜਾਉਣ ਲੱਗ ਪਿਆ। ਬਾਕੀ ਮਜ਼ੀਦ ਹੋਰ ਕੋਈ ਨਹੀਂ। ਸ਼ਾਹ ਨਿਜ਼ਾਮੀ ਸਾਹਿਬ, ਕੋਈ ਐਸਾ ਗੀਤ ਜਾਂ ਕੋਈ ਗਾਣਾ
ਜਿਹੜਾ ਤੁਸੀਂ ਸਾਡੇ ਦੇਖਣ ਵਾਲਿਆਂ ਨੂੰ ਔਰ ਸੁਣਨ ਵਾਲਿਆਂ ਨੂੰ ਸੁਣਾਉਣਾ ਚਾਹੋ, ਜਿਹੜਾ ਐਜ਼ਾਜ਼ੀ ਗਾਣਾ ਤੁਸੀਂ ਉਹਨਾਂ ਨੂੰ ਪੇਸ਼ ਕਰਨਾ ਚਾਹੋ? ਪਾਕਿਸਤਾਨੀ ਗਾਣਾ ਨਸੀਬੋ ਲਾਲ ਦਾ, ਇੰਨਾ ਮੈਂ ਤੈਨੂੰ ਪਿਆਰ ਕਰਾਂ। ਤੁਹਾਡੀ ਬਾਂਸੁਰੀ ਦੀ ਆਵਾਜ਼ ਇੰਨੀ ਮਿੱਠੀ ਹੈ ਕਿ ਆਵਾਜ਼ ਸੁਣ ਕੇ ਸਕੂਨ ਮਿਲਣ ਲੱਗ ਜਾਂਦਾ, ਤੇ ਜਦੋਂ ਸਕੂਨ ਮਿਲਦਾ ਤੇ ਨੀਂਦ ਆਉਣ ਲੱਗ ਜਾਂਦੀ ਹੈ। ਬਹੁਤ ਪਿਆਰੀ ਤੁਸੀਂ ਟੋਨ ਵਜਾਉਂਦੇ ਹੋ, ਆਵਾਜ਼ ਬਹੁਤ ਸੁਰੀਲੀ ਹੈ ਇਹਦੀ ਬਾਂਸੁਰੀ ਦੀ। ਤੇ ਤੁਸੀਂ ਇੱਕ ਜਾਂਦੇ ਆਖਰੀ ਸਵਾਲ, ਤੁਸੀਂ ਮੈਂ ਦੇਖਿਆ ਕਿ ਜਦੋਂ ਤੁਸੀਂ ਬਾਂਸੁਰੀਆਂ ਆਪਣੀਆਂ ਤਿਆਰ ਕਰ ਰਹੇ ਸੀਗੇ ਧੁਨ ਵਜਾਉਣ ਲਈ, ਤੇ ਤੁਸੀਂ ਇਹਨਾਂ ਨੂੰ ਪਾਣੀ ਦੇ ਰਹੇ ਸੀਗੇ। ਅਸਲ ਵਿੱਚ ਬਾਂਸੁਰੀ ਇਹ ਨੜਾ ਹੁੰਦਾ ਜੀ, ਖੁਸ਼ਕ ਹੋ ਜਾਂਦਾ ਪਿਆ। ਅਗਰ ਇਹਨੂੰ ਡੇਲੀ ਨਾ ਵਜਾਈਏ ਤਾਂ ਖੁਸ਼ਕ ਹੋ ਜਾਂਦਾ। ਪਰ ਉਹ ਕਾਫੀ ਦਿਨਾਂ ਤੋਂ ਅਗਰ ਪਿਆ ਰਵੇ ਪੀਸ ਕੋਈ ਵੀ ਹੈ ਬਾਂਸੁਰੀ ਦਾ, ਉਹਨੂੰ ਫਿਰ ਯਕਦਮ ਜਦੋਂ ਕੱਢ ਕੇ ਵਜਾਉਣਾ ਤੇ ਫਿਰ ਉਹ ਥੋੜ੍ਹਾ ਜਿਹਾ ਪਾਣੀ ਵਿੱਚ ਪਾ ਕੇ ਉਹਦਾ ਰੰਗ ਤਰ ਹੋ ਜਾਂਦਾ, ਨਹੀਂ ਕਿ ਆਵਾਜ਼ ਇਹਦੀ ਖੁਸ਼ਕਤ ਹੋ ਜਾਂਦੀ। ਤੇ ਕਦੀ ਕੋਈ ਸ਼ਾਗਿਰਦ ਭਰਤੀ ਹੋਇਆ ਤੁਹਾਡੇ ਕੋਲ ਕੋਈ ਸੁਣਨ ਲਈ ਕਦੀ ਕਿ ਵੀ ਮੈਨੂੰ ਵੀ ਸਿਖਾ ਦਿਓ? ਫਿਲਹਾਲ ਤੇ ਆਪ ਹੀ ਸ਼ਾਗਿਰਦ ਹਾਂ। ਅੱਛਾ। ਤੇ ਔਰ ਸ਼ੌਕ ਵੀ ਨਹੀਂ ਹੈ ਕੋਈ ਸ਼ਾਗਿਰਦ ਕਰਨ ਦਾ, ਕਿਉਂਕਿ ਉਸ ਜ਼ੇਨ ਦਾ ਕੋਈ ਬੱਚਾ ਐਸਾ ਨਹੀਂ ਮਿਲਦਾ ਜਿਹੜਾ ਕਿ ਉਸ ਚੀਜ਼ ਨੂੰ ਪਿਕ ਕਰੇ, ਉਸ ਚਾਹਤ ਨਾਲ ਸਿੱਖਣਾ ਚਾਹਦਾ, ਸ਼ਿੱਦਤ ਨਾਲ। ਇਹਦੇ 'ਚ ਇਹ ਜਨੂਨ ਦੀ ਹੱਦ ਹੋਵੇ ਨਾ ਬੰਦੇ ਦੇ ਅੰਦਰ, ਜਨੂਨ ਕਿਸੇ ਵੀ ਚੀਜ਼ ਦਾ ਜੋ ਜਨੂਨ ਹੈ ਤੇ ਉਹ ਬੰਦਾ ਉਹਨੂੰ ਹਾਸਲ ਕਰਦਾ। ਜ਼ਾਹਿਰ ਜੀ ਗੱਲ। ਤੇ ਇਹਦੇ ਵਾਸਤੇ ਕਮ ਸੇ ਕਮ ਜਨੂਨ ਚਾਹੀਦਾ, ਸ਼ੌਕ ਨਹੀਂ। ਸ਼ੌਕ ਤੋਂ ਅਗਲੀ ਮੰਜ਼ਿਲ ਹੈ। ਜੀ ਨਾਜ਼ਰੀਨ, ਅੱਜ ਸਾਡੇ ਨਾਲ ਮੌਜੂਦ ਸੀਗੇ ਸ਼ਾਹਦ ਨਿਜ਼ਾਮੀ ਸਾਹਿਬ, ਜਿਹੜੇ ਕਿ ਸੱਪਾਂ ਵਾਲੇ ਦੇ ਨਾਮ ਤੋਂ ਮਸ਼ਹੂਰ ਨੇ, ਕਿਉਂਕਿ ਇਹਨਾਂ ਦਾ ਪੇਸ਼ਾ ਜਿਹੜਾ ਹੈ ਉਹ ਸੱਪ ਫੜਨਾ ਔਰ ਮਜਮਾ ਲਾਣਾ ਵੀ ਹੈ, ਜਿਹਦੀ ਵਜ੍ਹਾ ਨਾਲ ਇਹਨਾਂ ਨੂੰ ਜ਼ਿਆਦਾ ਦੁਨੀਆ ਜਾਣਦੀ ਹੈ। ਲੇਕਿਨ ਅੱਜ ਅਸੀਂ ਤੁਹਾਨੂੰ ਇਹਨਾਂ ਦੇ ਉਸ ਟੈਲੈਂਟ ਦਾ
ਜਿਹੜਾ ਸ਼ਨਾਸਾਂ ਕਰਵਾਇਆ, ਜਿਹੜਾ ਟੈਲੈਂਟ ਇਹਨਾਂ ਨੇ ਆਪਣੀ ਚਾਹਤ ਨਾਲ, ਆਪਣੀ ਮਰਜ਼ੀ ਨਾਲ, ਸ਼ੌਕ ਨਾਲ ਖੁਦ ਸਿੱਖਿਆ ਔਰ ਉਹਨੂੰ ਸਿੱਖਣ ਲਈ ਇਹਨਾਂ ਨੇ ਸਫ਼ਰ ਕਰਨਾ ਪਿਆ ਤੇ ਸਫ਼ਰ ਕੀਤਾ। ਇਹਨਾਂ ਨੂੰ ਕਮਾਈ ਆਪਣੀ ਛੱਡ ਕੇ ਅਗਰ ਉੱਧਰ ਜਾਣਾ ਪਿਆ ਤੇ ਇਹ ਉਹ ਵੀ ਛੱਡ ਕੇ ਗਏ। ਇਹਨਾਂ ਨੇ ਆਪਣੀ ਹਰ ਚੀਜ਼ ਸਿਰਫ ਇਸ ਇੱਕ ਚੀਜ਼ ਨੂੰ ਹਾਸਲ ਕਰਨ ਲਈ, ਆਪਣਾ ਸ਼ੌਕ ਪੂਰਾ ਕਰਨ ਲਈ, ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਜਿਹੜੀਆਂ ਆਪਣੀ ਜ਼ਿੰਦਗੀ 'ਚੋਂ ਇਗਨੋਰ ਕਰਤੀਆਂ। ਅਸੀਂ ਤੁਹਾਨੂੰ ਇਹਨਾਂ ਦਾ ਇਹ ਟੈਲੈਂਟ ਦਿਖਾਇਆ। ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ ਤਾਂ ਕਿ ਇਹ ਅੱਗੇ ਵੀ ਆਪਣੇ ਸ਼ੌਕ 'ਤੇ ਕੰਮ ਕਰ ਸਕਣ। ਇਹ ਇਹਨਾਂ ਦਾ ਐਸਾ ਸ਼ੌਕ ਹੈ, ਵਜਾ ਤੇ ਬਾਂਸਰੀ ਲੈਣੀ ਹੈ, ਗੁਣਗੁਣਾ ਤੇ ਇਹਨਾਂ ਨੇ ਲੈਣਾ ਹੀ ਹੈ, ਲੇਕਿਨ ਸੁਣ ਕੇ ਤੁਸੀਂ ਮਹਿਜ਼ੂਜ਼ ਹੋਣਾ ਹੈ ਇਸ ਆਵਾਜ਼ ਨੂੰ, ਬਾਂਸਰੀ ਦੀ। ਲਿਹਾਜ਼ਾ ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ। ਬਹੁਤ ਸ਼ੁਕਰੀਆ।